ਧੰਨ ਵਾਹਿਗੁਰੂ ਸਾਹਿਬ ਜੀ। ਪੌੜੀ ਚਿੱਤੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਏਂਦਾ। ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੈ ਲਾਏਂਦਾ। ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਹਾ ਕਰਾਏਂਦਾ। ਦਰ ਮੰਗਨ ਭਿਖ ਨਾ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 16ਵੀਂ ਪੌੜੀ ਦੀ ਵਿਚਾਰ ਜਿਹੜੀ ਉਹ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ। ਇਸ ਪੌੜੀ ਦੇ ਨਾਲ 2 ਸ਼ਲੋਕ ਦਰਜ ਸਨ, ਜਿਹੜੇ ਦੋਨੇ ਸ਼ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ, ਜਿਸ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਧਰਮ ਦੇ ਨਾਂ ਦੇ ਉੱਤੇ ਕੀਤਾ ਹੋਇਆ ਪਖੰਡ ਉਹਨੂੰ ਛੱਡਣ ਦੀ ਗੱਲ ਕਰਕੇ ਤੇ ਪ੍ਰਮਾਤਮਾ ਦਾ ਨਾਮ ਜਪਣ ਦੇ ਲਈ ਪ੍ਰੇਰਨਾ ਕੀਤੀ ਹੈ। ਇਹਨਾਂ ਸ਼ਲੋਕਾਂ ਦੇ ਨਾਲ ਕਈ ਵਾਰੀ ਮਨ 'ਚ ਆਵੇਗਾ, ਸ਼ਲੋਕ ਜਿਹੜੇ ਨੇ ਉਹ ਤਕਰੀਬਨ ਉਹ ਨਿੰਦਿਆ ਵਾਲੇ ਪਾਸੇ ਨੇ। ਸਤਿਗੁਰੂ ਕਹਿੰਦੇ ਆ ਵੀ ਪਖੰਡ ਹੈ, ਆ ਵੀ ਛੱਡਦੇ, ਆ ਵੀ ਛੱਡਦੇ, ਆ ਵੀ ਛੱਡਦੇ। ਅਤੇ ਪੌੜੀ ਦੇ ਵਿੱਚ ਕਹਿ ਰਹੇ ਨੇ ਕਿ ਜੋ ਕੁਝ ਕਰ ਰਿਹਾ ਉਹਨੂੰ ਪਰਮਾਤਮਾ ਦੇਖ ਰਿਹਾ ਹੈ। ਇੱਥੇ ਮੈਂ ਇੱਕ ਬੇਨਤੀ ਕਰਾਂ, ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਇਹ ਗੱਲ ਕਹੀ ਕਿ ਤੂੰ ਧਰਮ ਦਾ ਬਾਣਾ ਪਾ ਕੇ ਅੰਦਰ ਕੁਝ ਕਰਮ ਕਮਾਉਂਦਾ ਪਿਆ ਹੈ ਅਤੇ ਬਾਹਰ ਕੁਝ ਤੇਰੇ ਕਰਮ ਨੇ। ਲੋਕਾਚਾਰੀ ਵਾਸਤੇ ਸਮਾਜ ਨੂੰ ਕੋਈ ਹੋਰ ਰੂਪ ਦਿਖਾ ਰਿਹਾ ਹੈ ਅਤੇ ਅੰਦਰ ਜਿਹੜਾ ਹੈ ਆਪਣੀਆਂ ਧਾਰਮਿਕ ਰਹੁ ਰੀਤਾਂ ਦੇ ਮੁਤਾਬਕ ਵੱਖਰੀ ਜ਼ਿੰਦਗੀ ਜੀ ਰਿਹਾ ਹੈ। ਸਤਿਗੁਰੂ ਕਹਿਣਗੇ ਇਹ ਦੋਗਲੀ ਜ਼ਿੰਦਗੀ ਕਿੰਨਾ ਕੁ ਚਿਰ ਜੀਵੇਂਗਾ। ਭਾਵੇਂ ਉਹ ਪਹਿਲੇ ਸ਼ਲੋਕ ਦੇ ਵਿੱਚ ਗਊ ਬ੍ਰਾਹਮਣ ਦੀ ਗੱਲ ਕੀਤੀ, ਦੂਸਰੇ ਸ਼ਲੋਕ ਦੇ ਵਿੱਚ ਭਾਵੇਂ ਮਾਨਸ ਖਾਣੇ ਕਰੇ ਨਿਵਾਜ ਦੀ ਗੱਲ ਕੀਤੀ। ਸਤਿਗੁਰੂ ਕਹਿਣਗੇ ਕਿੰਨਾ ਕੁ ਚਿਰ ਤੇਰਾ ਅੰਦਰ ਜਿਹੜਾ ਹੈ ਇਸ ਦੋਗਲੇਪਨ ਨੂੰ ਲੈ ਕੇ ਤਰੇਗਾ। ਇੱਕ ਗੱਲ ਯਾਦ ਰੱਖੀ, ਤੇਰੇ ਕਰਮ ਜਿੱਦਾਂ ਦੇ ਵੀ ਮਰਜ਼ੀ ਨੇ, ਅੱਜ ਪੌੜੀ 'ਚ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਉਹਨਾਂ ਨੂੰ ਜਾਣਦਾ ਪਿਆ ਹੈ। ਤੂੰ ਇਹ ਮਤਾ ਮਨ ਦੇ ਵਿੱਚ ਭੁਲੇਖਾ ਰੱਖੀ, ਨੀਲ ਵਸਤਰ ਪੈਰ ਹੋਵੇ ਪ੍ਰਵਾਨ। ਤੂੰ ਬਾਹਰੀ ਤੌਰ 'ਤੇ ਨੀਲੇ ਕੱਪੜੇ ਪਾ ਕੇ ਉਹਨਾਂ ਦੀ ਭਾਖਿਆ ਬੋਲ ਕੇ ਇਹ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਜਿਹੜਾ ਇਹ ਰਾਜ ਪ੍ਰਬੰਧ 'ਚ ਤੇ ਪ੍ਰਵਾਨ ਹੋ ਸਕਦਾ ਹੈ, ਪਰ ਉਹਨਾਂ ਲੋਕਾਂ ਦੀ ਅੱਖਾਂ 'ਚ ਘੱਟਾ ਪਾਇਆ ਜਾ ਸਕਦਾ ਹੈ, ਪਰ ਪਰਮਾਤਮਾ ਨੂੰ ਛਲਿਆ ਨਹੀਂ ਜਾ ਸਕਦਾ। ਜੇ ਤੂੰ ਆਖੇ ਮੈਂ ਸਮਾਜ ਦੇ ਵਿੱਚ ਕਿਸੇ ਨੂੰ ਦੋਗਲੀ ਜ਼ਿੰਦਗੀ, ਅੱਜ ਸਾਡਾ ਸਮਾਜ ਜਿਹੜਾ ਹੈ ਨਾ ਉਹ ਦੋਗਲੀ ਜ਼ਿੰਦਗੀ ਜੀ ਰਿਹਾ ਹੈ। ਅਸੀਂ ਕਰਦੇ ਕੁਝ ਹਾਂ ਅਤੇ ਸਮਾਜ ਨੂੰ ਵਿਖਾਉਂਦੇ ਕੁਝ ਹਾਂ। ਸਤਿਗੁਰੂ ਕਹਿੰਦੇ ਤੂੰ ਜੋ ਕਰਦਾ ਹੈ ਨਾ, ਤੇਰੇ ਅੰਦਰ ਅਤੇ ਤੇਰੇ ਬਾਹਰ ਦੇ ਹਰੇਕ ਕਰਮ ਜਿਹੜੇ ਨੇ ਉਹ ਪਰਮਾਤਮਾ ਜਾਣਦਾ ਪਿਆ ਹੈ। ਅਤੇ ਹਿੰਦੂ ਮੱਤ ਕਹਿੰਦੀ ਹੈ ਕਿ ਮਨੁੱਖ ਦੇ ਜਿਹੜੇ ਉਹ ਚਿੱਤਰ ਗੁਪਤ ਜਿਹੜੇ ਉਹ ਦੋਨੇ ਹਰ ਵੇਲੇ ਹਾਜ਼ਰ ਰਹਿੰਦੇ ਨੇ, ਜਿਹੜੇ ਉਹਦੇ ਕਰਮਾਂ ਦਾ ਹਿਸਾਬ ਲਿਖਦੇ ਨੇ। ਪਰ ਚਿੱਤਰ ਗੁਪਤ ਦੇ ਮਸਕੀਨ ਜੀ ਹੁਣਾਂ ਨੇ ਬੜੇ ਸੋਹਣੇ ਅਰਥ ਕੀਤੇ ਸਨ। ਕਹਿਣਗੇ ਉਹ ਚਰਿੱਤਰ ਜਿਹੜਾ ਤੇਰਾ ਗੁਪਤ ਰੂਪ ਦੇ ਵਿੱਚ ਕੋਈ ਨਹੀਂ ਜਾਣਦਾ, ਉਹਨੂੰ ਵੀ ਪਰਮਾਤਮਾ ਜਾਣਦਾ ਪਿਆ, ਉਹਨੂੰ ਚਿੱਤਰ ਗੁਪਤ ਉਹਨਾਂ ਨੇ ਅਰਥ ਕੀਤੇ ਨੇ। ਇੱਕ ਗੱਲ ਯਾਦ ਰੱਖਿਓ, ਮਨੁੱਖ ਦੇ ਬਾਰੇ ਜਿਹੜੀਆਂ ਨੇ ਉਹ 4 ਗੱਲਾਂ ਪ੍ਰਸਿੱਧ ਨੇ। ਮੈਂ ਕਹਿ ਕੇ ਆਪਣੇ ਵਿਸ਼ੇ ਵੱਲ ਆਉਣਾ ਹੈ। ਕੁਝ ਗੱਲਾਂ ਉਹ ਨੇ ਜਿਹੜੀਆਂ ਮੈਂ ਜਾਣਦਾ ਹਾਂ, ਸਮਾਜ ਜਾਣਦਾ ਹੈ ਅਤੇ ਪਰਮਾਤਮਾ ਜਾਣਦਾ ਹੈ। ਜਿਵੇਂ ਉਦਾਹਰਨ ਦੇ ਲਈ ਦਾਸ ਦੀ ਡਿਊਟੀ ਕਥਾ ਦੀ ਹੈ, ਇਹ ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਸਮਾਜ ਨੂੰ ਅਤੇ ਪਰਮਾਤਮਾ ਨੂੰ ਵੀ ਪਤਾ ਹੈ। ਕੁਝ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਕੇਵਲ ਅਤੇ ਕੇਵਲ ਮਨੁੱਖ ਜਾਣਦਾ ਹੈ ਅਤੇ ਉਹ ਪਰਮਾਤਮਾ ਜਾਣਦਾ ਹੈ। ਇਹਦੇ ਵਿੱਚ ਮੇਰੀ ਨਿੱਜੀ ਜ਼ਿੰਦਗੀ ਆ ਜਾਏਗੀ, ਮੇਰੇ ਪਾਪ ਨੇ,
मेरे चंगे कर्म माड़े कर्म ने वो जां मैं जानदा उन्होंने तुसी नहीं जानते जां उन्होंने परमात्मा जानदा है। तीसरी गल ये हुंदी है कि जिहदे बारे जां समाज जानदा है जां परमात्मा जानदा है, कई बारी मनुख नहीं जानदा हुंदा। जिवें साडीआं कुछ आदतां ये जिवें साडीआं कुछ इहो जिहियां गलतियां जिहड़ियां मनुख करते जांदा, इउं लगदा किसी नूं पता नहीं लगा, समाज ने उन्हां गलतियां दे मुताबक उहदा कई बारी नाम ही पाया हुंदा है। चौथियां गल्लां ਉਹਨੇ याद रखी जिन्हों ना तू जानदा है ना समाज जानदा, केवल ते केवल परिपूर्ण परमात्मा जानदा पिया। एक गल याद रखियो, असी साडे मन च फुरना भी उठदा है ना जिहड़ा, वो फुरना भी परमात्मा जानदा है। मेरे मन च फुरना उठिया मैं भुल सकदा हाँ, पर अज गुरु नानक साहब महाराज जी पौड़ी च कहिंदे याद रखी वो परमात्मा तेरे फुरने नूं भी नहीं भुलाउंदा पिया। वो तेरे ख्याल वो तेरे फुरनिया तक हरेक दिल की धड़कन की हरेक हरकत तेरे शरीर की वो परिपूर्ण परमात्मा जानदा है। फिर ये दोगली जिंदगी कादे वास्ते तू करदा पिया है। सो इन्हां दोवां श्लोकां दा तत्त भाव इहो ही है कि कहो नानक सच ध्याई है सुच होवै तां सच पाईए। जे सच की प्राप्ति करनी है तो याद रखी अंदर नूं सुच्चा जरूर करना पैना है। जिस दिन अंदर सुच्चा हो गया तो सतगुरु कहणगे तेनों ये प्रतख नज़र आ जाएगा। पौड़ी की कहणगे चित्तै अंदर सब को वेख नदरी हेठ चलाएंदा। सतगुरु कहणगे वो परमात्मा के चेते दे विच हरेक चीज़ है। कोई भी दुनियावी जां इउं कह लीए दिस दी जां अनदिस दी इहो जी कोई हस्ती नहीं जिहड़ी परमात्मा दे जिहड़ा ध्यान दे विच ना होवे। गुरमुखो ध्यान दी एक वखरा विषय है, आपां इहनूं नहीं अज छेड़ना, पर कई बारी मनुख का ध्यान कमज़ोर हुंदा है। मेरे घर दे विच साडे घर च कोई चीज़ पई है मैं लैके आंदी, मनुख भुल जांदा है। जदों वो कुछ समय बाद उहदे नाल दी तुसीं दुबारा होर लै आउंदे, जे किते लभदी है फिर मन सोचदा लै ये तो चीज़ साडे कोल पहिलां पई सी पर मेरे चेते दे विच नहीं है। असीं चीज़ां रख के भुल सकदे हां, पर वो परिपूर्ण परमात्मा नहीं जे भुलदा। ओदी निगाह चीटी ते कुंचर अस्थूला सापर कृपा दृष्ट कर फूला। ओदी कीड़ी तो लैके हाथी तक अन दिसदे होए सैल तो लैके याद रखियो वड्डे तो वड्डे आकार तक जो भी कुछ समाज दे विच चलदा उन्होंने परिपूर्ण परमात्मा जानदा पिया। एक गल याद रखियो कदी भी ये मन च ना साडे आवे कि शायद मैं आ कर्म करदा हाँ परमात्मा जानदा कि नहीं जानदा। एक गुरु नानक साहब महाराज जी का मैं बचन साझा कर देना। सतगुरु कहणगे जदों चोर चोरी करदा है ना ਉਹਦੇ मन ਦੇ ਵਿੱਚ आ ਜਾਂਦਾ कि शायद मैनू कोई देखदा नहीं। अज चोर याद रखियो CCTV कैमरे तो डरदा है पर उस परिपूर्ण परमात्मा तो नहीं डरदा। चोर की साडा सारा समाज जिहड़ा असीं रब तो नहीं डरदे। जे रब तो डरदे हुंदे मैं बड़ी वारी अर्ज करदा हुंदा कि गुरु घरां दे विच धार्मिक अस्थानां दे उत्ते भी कदी कैमरे ना लगदे। तुसीं धार्मिक स्थान छड्डो कई थावां ते सिवियां दे विच मैं वेख्या लोग सिवियां दे विच भी चोरी करनों नहीं हटदे जिथे आम लोग जान लग्या डरदे ने। ये इहो जिहा साडा समाज वो सतगुरां दे वचन मैं गल नेड़े रखां। सतगुरु कहण लगे मनुख की करदा है शहर दे विच जांदा है उत्थे चंगियां चंगियां दुकानां लुੱਟदा है, घरां दे विच जांदा है घरां नूं सन ला के लुੱਟदा पिया है। कहण लगे जदों इहने चोरी कीती कदी सज्जे वेखदा है कदी खब्बे वेखदा है कदी अगे वेखदा है कदी पिछे वेखदा है। जदों घरों तुरिया उदों तो लैके चोरी करके घर जान तक सतगुरु कहण लगे ये हर थां दे उत्ते वेखदा पिया है। सतगुरु कहिंदे मन दे तैनूं समाजिक तौर ते किसे ने नंगी अख दे नाल ना वेखिया होवे पर एक गल चेता रखी तेरे अंदर बैठा होया परमात्मा तू उहदे तो की लका लेंगा जिहड़ा तेरियां अखां दे विच ही जोत बन के तैनूं वेखदा पिया है। वो असीं सतगुरां दा बचन पढ़दे हां जी हट पटन बिज मंदर भन्नै कर चोरी घर आवे अगों देखे पिछों देखे तुझ ते कहाँ छुपावे। तू परमात्मा तो कित्थे लुका लेंगा। अज मनुख जिहड़ा परमात्मा तो बहुत कुछ लुकाउंदा है। इत्थों तक मैं गुरु रामदास महाराज जी का बचन मेरे सामने आया। सतगुरु कहण लगे मनुख ते धार्मिक दुनिया दे विच भी बहुत कुछ लुकाउंदा है। वो सतगुरां दा बड़ा प्यारा बचन है। कहण लगे मनुख ये संतां दे विच असीं पढ़दे हां सतगुरु कहण लगे मनुख धार्मिक दुनिया च किसी नूं खुश करन वास्ते कई बारी बड़ा बड़ा हेक ला के बड़ा बड़ा सोहना जिहड़ा वेदां दा ग्रंथां दा पाठ करदा है रटन करदा है। कोई जाना जिहड़ा है वो बड़े सोहने रागां दे विच बाणी नूं जां धार्मिक शब्दां नूं बड़ी सुरीली आवाज़ दे विच गाउंदा पिया है। कोई नाद वजाउंदा है कोई सिंगियां वजाउंदा पिया है। सतगुरु कहण लगे भलिया
लोग तैनू संत जी, महात्मा जी, चंगा रागी, ढाडी, प्रचारक आखणगे, पर एक गल याद रखी, जे परमात्मा ये तेरे अंदर की वेदना जानता है, जे तेरा अंदर ना भिजिया होया तो तेरा गाविया सुनिया किते भी थाए नहीं पैना। उत्थे सतगुਰਾਂ ने उदाहरण बड़ी सोहनी दी। सतगुरु कह लगे मान लो मनुख नूं फोड़ा होवे, कोई जख्म होवे तो कोई जख्म के उत्ते हाथ धर के कह देवे कि मैनू जख्म नहीं होएगा। सतगुरु कह लगे जख्म के उत्ते हाथ धरिया कभी जख्म सही नहीं हुंदे। याद रखी पापां ते पड़दे पा के नीयत बदली करके लोकां दे नाल भुलेखा पाउण दे नाल कभी रब खुश नहीं हुंदा। वो असीं बचन पढ़दे हां, कोई गावै रागी नादी बेदी पाहो भांत कर नहीं, हर हर भीजै राम राजे, जिन्हां अंतर कपट विकार है तिना रोए क्या कीजै। हर करता सब किश जानदा, चित्ते अंदर सब को वेख नदरी हेठ चलाइंदा। कह लगे हर करता सब किश जानदा, सिर रोग हथ दीजै जिन्हां नानक हिरदा शुद्ध है। कह लगे हर भगत हर लीजै, कहते जिन्हां दा हिरदा शुद्ध है वो परमात्मा की बंदगी नाम सिमरन करते हैं। बाकी तुसी जिवें कोई रोग ते हथ रखण दे नाल रोग नहीं मिटदा। याद रखियो बाहरी तौर ते पापां दे पर्दे पाउण दे नाल कदी पाप नहीं छुपदे। क्यों? चित्तै अंदर सब को वेख नदरी हेठ चलाइंदा। सतगुरु कह लगे वो परिपूर्ण परमात्मा, ਉਹਦੇ चित्त ਦੇ ਵਿੱਚ ਤੁਹਾਡੀ हर एक गल है। तो गुरबाणी ने गुरु नूं ते परमात्मा की हस्ती नूं बराबर मन्निया। गुर परमेश्वर एको जान, दो गल्लां याद रखियो, एक परिपूर्ण परमात्मा सारा कुछ जानता है, दूसरी मैं बेनती करा एक गुरु मनुख के अंदर की वेदना नूं जानता है। तुसी समाज तो लुका लोगे, लोकां तो लुका लोगे, पर गुरु तो कदी नहीं लुका सकते। इत्थे मैं एक दो मेरे मन च विचार ने वो तुहाडे नाल साझे करन। एक पहला मैं उदाहरण दे देना इतिहास दे विचों। गुरु कलगीधर पातशाह महाराज जी के चरणों के विच भाई वीर सिंह लिखते हैं, कहणगे तकरीबन जिहड़े ने 36 कवि ने ना वो हर वेले हाज़र नाज़र रहिंदे सन। वैसे तो 52 कवियों का जिक्र भी आउंदा है, पर जिहड़े दरबार च ने हर वेले 36 कवि रहिंदे ने हाज़र सतगुरां दे। 4 कवि प्रमुख ने, जदों सतगुरु कोई रचना करते हैं वो उस वेले उहदा उतारा कर लिया जाता है। उन्हां दे विचों एक कवि है चंदन, इहदा दिमाग बहुत तेज है, बड़ी तीखन बुद्धि है। इतिहास साडा लिखदा है एक दिन गुरु कलगीधर पातशाह महाराज जी ने बाणी की रचना की, सवैये रचे ते भाई चंदन नूं ये गल कही, चंदन जी इन्हां सवैया नूं तुसीं लिख के ते जिहड़ा वो खजाने दे विच जमा करा दिओ। वो जिथे खजाना सारा इकट्ठा होंदा है उत्थे ये सवैये इकट्ठे जमा करा दिओ। जदों समा आवेगा तो इन्हां नूं कत्तर करके ते एक जदों ग्रंथ बनेगा जां पोथी बनेगी उदों संगतां दे सामने रखे जाणगे। हुण रचना गुरु कलगीधर पातशाह दी है। ये चंदन दे मन दे विच आया, मना गुरु ने रचे ने, बहुतिआं नूं पता नहीं। जे ये सवैये कि तू अपने नाम दे हेठ संगत दे विच प्रचलित कर देवे ना, तेरी वाह 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 बड़ी होएगी। गुरु नूं किहड़ा चेता रहना, गुरु दे दिमाग चों निकल जाना कि ये रचना मैं कदों रची सी कदों नहीं रची, क्योंकि सतगुरां दी बेअंत बाणी सी गुरु कलगीधर पातशाह दी। इहदा दिमाग बड़ा तेज। इहने की कीता जी, उन्हां सवैयां दे हिंट जिहड़े सन अपने पट दे उत्ते लिख लए। जिस वेले क्योंकि उदों चोला ते कशहरा सिंह पाउंदे हुंदे सन, उन्हें पहुंचा तां कीता ते पट दे उत्ते जिहड़े सन वो सवैयां दे हिंट लिख लए। जदों हिंट लिखे तो जिहड़े सतगुरां दे लिखे हुए सवैये ने वो तो उन्हें जमा करा दिते। मन च सी घर जावांगा, याद मैनूं हो गए ने ये हिंट वेख के ते सवैये रच देवांगा ते रच के अपने नाम थले लोकां दे विच प्रचलित संगत दे विच प्रचलित कर दांगा। अजकल भी ये बड़ा कुछ चलता है। लोग कोई कविता कोई बोलता, कोई राइटर कुछ लिखता है, उन्होंने तरोड़ मोड़ के दूसरा जना अपने नाम थले जिहड़ा वो पब्लिश करा दिंदा है। आखिर हुण गुरु कलगीधर ते जानी जान ने ना, मनुख भुलेखा खा सकता है पर गुरु कदी भी भुलेखा नहीं खांदा। भुल्लन अंदर सब को अभुल गुरु करतार, गुरु नहीं कदी भी भुलदा। सतगुरां नूं जिस वेले ये गल दा पता लगा, सतगुरां ने सिखां नूं आवाज़ मारी, कह लगे सिंघो सतगुरु हुक्म, कह लगे कि अज साडी खुशी भाई चंदन दे उत्ते है ते उस सिख दे उत्ते भी बड़ी खुशी होवेगी जिहड़ा सिख भाई चंदन नूं केसी इशनान दही दे नाल ऐ रीझ दे नाल करा के लियावे सतलुज दरिया दे विचों। सिख दे हुक्म मन्नण नूं तैयार रहिंदे सन। गुरु साहब किहड़े वेले हुक्म करदे असीं मन्नण दी गल करिए। वो सिख गए जी जाके भाई चंदन नूं कहण लगे चंदन जी कहंदे दसो, कह लगे गुरु साहब दा हुक्म है तुहानूं केसी इशनान दही दे नाल कराउणा है। अज मन दे विच थोड़ी जी सट लग गई, पता लग गया, मना अंदरों डर गया कि गुरु नूं तेरी गल दा पता लग गया है। जिहड़ा चोर है ना, चोर दे पैर बड़े कच्चे हुंदे ने। इहदा अंदर डरिया, कहण लगा नहीं मैं सवेरे इशनान करके आया,
ਕਹਿ ਲਗੇ ਫਿਰ ਕੀ ਹੋਇਆ, ਸਵੇਰੇ ਇਸ਼ਨਾਨ ਕਰਕੇ ਆ, ਇੱਕ ਵਾਰ ਫਿਰ ਇਸ਼ਨਾਨ ਕਰ ਲਾ। ਬਹਾਨੇ ਕਰ ਲੱਗਾ, ਕਹਿਣ ਲੱਗਾ ਨਹੀਂ ਮੇਰੀ ਤਬੀਅਤ ਠੀਕ ਨਹੀਂ ਹੈਗੀ, ਮੈਂ ਸਿਹਤ ਚੰਗੀ ਨਹੀਂ ਥੋੜ੍ਹੀ ਜਿਹੀ ਹੈਗੀ, ਮੈਂ ਆਪੇ ਬਾਅਦ 'ਚ ਜਾ ਕੇ ਇਸ਼ਨਾਨ ਕਰ ਲਾਂਗਾ। ਸਿੱਖਾਂ ਨੇ ਸਿੱਧਾ ਕਿਹਾ, ਕਹਿ ਲਗੇ ਗੁਰੂ ਸਾਹਿਬ ਦਾ ਹੁਕਮ ਹੈ, ਤੈਨੂੰ ਅਸੀਂ ਇਸ਼ਨਾਨ ਕਰਾਉਣਾ, ਜੇ ਆਪ ਚੱਲੇਗਾ ਠੀਕ ਹੈ, ਨਹੀਂ ਤੇ ਚੁੱਕ ਕੇ ਤੈਨੂੰ ਦਰਿਆ ਦੇ ਕੰਢੇ ਤੇ ਲੈ ਜਾਵਾਂਗੇ। ਇਹ ਗੱਲ ਹੋਈ, ਉਹ ਮਜਬੂਰੀ ਦਾ ਮਾਰਨਾ ਜਾਣਾ ਪਿਆ। ਇਹ ਗਿਆ, ਇਹਨੇ ਕੱਪੜੇ ਉਤਾਰੇ ਤੇ ਸਿੱਖਾਂ ਨੇ ਇਹਦੇ ਕੇਸੀ ਇਸ਼ਨਾਨ ਦਹੀਂ ਦੇ ਨਾਲ ਐ ਚੰਗੀ ਤਰ੍ਹਾਂ ਨਵਾ ਕੇ ਸਾਬਣ ਮਲ ਮੁੜ ਕੇ ਤੇ ਜਿਹੜਾ ਸੀ ਉਹ ਸਾਰੇ ਇਹਦੇ ਤਨ ਦਾ ਇਸ਼ਨਾਨ ਕਰਾ ਦਿੱਤਾ। ਜਿਸ ਵੇਲੇ ਤਨ ਤੇ ਸਾਬਣ ਲੱਗਾ, ਦਹੀਂ ਪਿਆ, ਪਾਣੀ ਪਿਆ, ਉਹਦੇ ਨਾਲ ਜਿਹੜੀ ਸ਼ਾਹੀ ਸੀ ਨਾ ਪੱਟ ਤੋਂ ਉਹ ਸਾਰੀ ਦੀ ਸਾਰੀ ਲੱਥ ਗਈ, ਉਹ ਪਾਣੀ ਦੇ ਵਿੱਚ ਘੁਲ ਗਈ। ਜਿਸ ਵੇਲੇ ਘੁਲ ਗਈ, ਇੱਕ ਇਹ ਮਾੜਾ ਜਿਹਾ ਮਨ ਹਲਕਾ ਫੁਲਕਾ ਹੋਇਆ, ਜਿਵੇਂ ਚੋਰ ਦਾ ਥੋੜ੍ਹਾ ਜਿਹਾ ਭਾਰ ਹਲਕਾ ਹੋ ਜਾਏ ਨਾ, ਬਚ ਜਾਵੇ। ਮਨ 'ਚ ਸੋਚਿਆ, ਮਨਾ ਸਿੱਖਾਂ ਨੂੰ ਪਤਾ ਨਹੀਂ ਲੱਗਾ, ਚਲੋ ਕੁਝ ਨਾ ਕੁਝ ਰੂਪ ਤੇਰਾ ਬਚ ਗਿਆ। ਥੋੜ੍ਹਾ ਜਿਹਾ ਹਲਕਾ ਫੁਲਕਾ ਹੋਇਆ, ਸਿੱਖ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਏ। ਸਤਿਗੁਰੂ ਕਹਿ ਲਗੇ ਭਾਈ ਚੰਦਨ ਦਾ ਇਸ਼ਨਾਨ ਹੋ ਗਿਆ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ। ਸਤਿਗੁਰਾਂ ਨੇ ਬਿਲਕੁਲ ਜਿਤਾਇਆ ਨਹੀਂ, ਨਾ ਧਿਆਨ ਦਿੱਤਾ, ਨਾ ਚੰਦਨ ਨੂੰ ਪਤਾ ਲੱਗਣ ਦਿੱਤਾ ਕਿ ਇਹ ਮਾਜਰਾ ਕੀ ਸੀ ਇਸ਼ਨਾਨ ਕਰਾਉਣ ਦਾ। ਕਵੀ ਚੰਦਨ ਨੂੰ ਪਤਾ ਲੱਗ ਚੁੱਕਾ ਹੈ ਕਿ ਮੈਂ ਜਿਹੜੀ ਗਲਤੀ ਕੀਤੀ ਹੈ, ਗੁਰੂ ਨੇ ਉਹਦੇ 'ਤੇ ਜਿਹੜਾ ਸੀ ਇਲਾਜ ਕਰਨ ਵਾਸਤੇ, ਪਰਦਾ ਪਾਉਣ ਵਾਸਤੇ ਇਹ ਕੌਤਕ ਰਚਿਆ ਹੈ। ਕਈ ਦਿਨ ਲੰਘ ਗਏ, ਆਖਰ ਨਾ ਸਤਿਗੁਰਾਂ ਨੇ ਕੋਈ ਹਿੰਟ ਦਿੱਤਾ, ਨਾ ਕੋਈ ਗੱਲ ਕੀਤੀ, ਨਾ ਚੰਦਨ ਕੋਈ ਸਤਿਗੁਰਾਂ, ਇਹ ਚੋਰ ਸੀ, ਹੁਣ ਚੋਰ ਕੀ ਗੱਲ ਕਰੇ। ਇੱਕ ਦਿਨ ਸਤਿਗੁਰੂ ਸੈਰ ਕਰਦੇ ਪਏ, ਟਹਿਲਦੇ ਨੇ, ਇਹ ਚੰਦਨ ਅੱਗੋਂ ਮਿਲ ਪਿਆ। ਜਿਸ ਵੇਲੇ ਚੰਦਨ ਅੱਗੋਂ ਮਿਲਿਆ, ਕਵੀ ਸਤਿਗੁਰੂ ਕਹਿ ਲਗੇ ਚੰਦਨ। ਜਿਸ ਵੇਲੇ ਸਤਿਗੁਰਾਂ ਨੇ ਆਵਾਜ਼ ਮਾਰੀ, ਪਤਾ ਲੱਗ ਗਿਆ, ਕੰਬ ਗਿਆ ਅੰਦਰੋਂ, ਪਤਾ ਸੀ ਮੈਂ ਇਕੱਲਾ, ਹੁਣ ਗੁਰੂ ਸਾਹਿਬ ਜ਼ਰੂਰ ਗੱਲ ਕਰਨਗੇ। ਅੱਖਾਂ ਨੀਵੀਆਂ ਪਾਈਆਂ, ਸਤਿਗੁਰੂ ਕਹਿ ਲਗੇ ਚੰਦਨ ਕੇ ਰੋਸ਼ਨਾਈ ਕਾਲਖ ਕੇ ਸ਼ਾਹੀ, ਕਹਿ ਲਗੇ ਮੈਨੂੰ ਦੱਸ ਤੇਰਾ ਅੰਦਰ ਪ੍ਰਕਾਸ਼ ਹੈ ਕਿ ਕਾਲਖ ਦੇ ਨਾਲ ਭਰਿਆ ਹੈ। ਅੱਖਾਂ ਨੀਵੀਆਂ ਕਰਕੇ ਅੱਖਾਂ ਦੇ ਵਿੱਚ ਪਾਣੀ ਆਇਆ, ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਹੈ ਤੇ ਰੋਸ਼ਨਾਈ ਸਾ ਹੈ ਤੇ ਕਾਲਖ ਸੀ, ਸ਼ਾਹੀ ਸੀ, ਪਰ ਤੂੰ ਕਿਰਪਾ ਕਰਕੇ ਉਜਲ ਕਰਕੇ ਮੈਨੂੰ ਚੰਦਨ ਬਣਾ ਦਿੱਤਾ ਏ, ਤੇ ਤੇਰਾ ਸਤਿਗੁਰੂ ਦਾਤੇ ਬਹੁਤ ਬਹੁਤ ਸ਼ੁਕਰ। ਸਤਿਗੁਰੂ ਕਹਿਣ ਲੱਗੇ ਚੰਦਨ ਪੁੱਤ ਸਮਝ ਲੱਗੀ? ਕਹਿਣ ਲੱਗਾ ਹਾਂ ਦਾਤਾ ਮੈਨੂੰ ਸਮਝ ਲੱਗੀ, ਮੈਂ ਤੇਰਾ ਸ਼ੁਕਰਗੁਜ਼ਾਰ ਹਾਂ। ਜੇ ਕਿ ਇਹੋ ਗਲਤੀ ਕਿਸੇ ਹੋਰ ਰਾਜੇ ਦੇ ਦਰਬਾਰ ਦੇ ਵਿੱਚ ਕਰਦਾ, ਮੈਨੂੰ ਸਜ਼ਾ ਮਿਲਣੀ ਸੀ। ਜਿੱਥੇ ਫਿਜ਼ੀਕਲ ਤੌਰ ਤੇ ਸਜ਼ਾ ਮਿਲਣੀ ਸੀ, ਉੱਥੇ ਸਮਾਜ ਦੇ ਸਾਹਮਣੇ ਬੇਪੱਤ ਵੀ ਕੀਤਾ ਜਾਣਾ ਸੀ। ਦਾਤਿਆ ਤੂੰ ਮੇਰੇ ਔਗਣ ਨੂੰ ਨਹੀਂ ਚਿਤਾਰਿਆ, ਨਾ ਮੈਨੂੰ ਸਜ਼ਾ ਦਿੱਤੀ, ਨਾ ਹੀ ਲੋਕਾਂ ਦੇ ਸਾਹਮਣੇ ਮੇਰਾ ਪਰਦਾ ਜ਼ਾਹਰ ਕੀਤਾ। ਤੇਰੇ ਵਰਗਾ ਸਮਰੱਥ ਦਾਤਾ ਮੈਂ ਕਿੱਥੋਂ ਲੱਭਾਂਗਾ, ਤੇਰਾ ਸ਼ੁਕਰਾਨਾ ਕਰਦਾ ਹਾਂ। ਸਤਿਗੁਰੂ ਕਹਿਣ ਲੱਗੇ ਪੁੱਤਰ ਗੁਰੂ ਦੀ ਕਦੀ ਪ੍ਰੀਖਿਆ ਨਹੀਂ ਲਈਦੀ ਹੁੰਦੀ। ਜਾਂ ਇੱਕ ਗੱਲ ਯਾਦ ਰੱਖੀ, ਗੁਰੂ ਅੰਦਰ ਦੀ ਵੇਦਨਾ ਜਾਣਦਾ ਏ। ਜੇ ਕਿਤੇ ਮੈਂ ਤੇਰੇ ਇਹ ਇਸ਼ਨਾਨ ਨਾ ਕਰਾਉਂਦਾ, ਤੇਰੇ ਮਨ 'ਚ ਇੱਕ ਗੱਲ ਆ ਜਾਣੀ ਸੀ ਕਿ ਗੁਰੂ ਨੂੰ ਕਿਹੜਾ ਪਤਾ ਹੈ, ਗੁਰੂ ਨੂੰ ਪਤਾ ਹੁੰਦਾ ਤੇ ਗੁਰੂ ਪਕੜ ਲੈਂਦਾ। ਪੁੱਤ ਇੱਕ ਵਾਰ ਅੰਦਰ ਕਾਲਖ ਲੱਗ ਜਾਂਦੀ, ਸਾਰੀ ਉਮਰ ਗੁਰੂ ਤੋਂ ਬੇਮੁਖ ਹੋ ਕੇ ਤੂੰ ਰਹਿ ਜਾਣਾ ਸੀ। ਇਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ। ਸਤਿਗੁਰਾਂ ਨੇ ਇੱਕੋ ਗੱਲ ਕਹੀ, ਕਹਿੰਦੇ ਗੁਰੂ ਨੂੰ ਹਰੇਕ ਗੱਲ ਦਾ ਪਤਾ ਹੈ, ਪਰ ਇੱਕ ਗੱਲ ਯਾਦ ਰੱਖੀ, ਗੁਰੂ ਦੀ ਕਦੀ ਪ੍ਰੀਖਿਆ ਨਹੀਂ ਲਈਦੀ। ਅੱਜ ਸਾਡਾ ਸੁਭਾਅ ਵੀ ਇਦਾਂ ਦਾ ਹੈ, ਮਨੁੱਖ ਪਾਪ ਕਰਦਾ ਹੈ। ਯਾਦ ਰੱਖਿਓ ਦੋ ਹਸਤੀਆਂ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਇੱਕ ਮਾਂ ਇੱਕ ਗੁਰੂ। ਮਾਂ ਕਦੀ ਆਪਣੇ ਬੱਚੇ ਦੇ ਔਗਣ ਜ਼ਾਹਰ ਨਹੀਂ ਜੇ ਕਰਦੀ, ਲੱਖ ਜਿਹੜਾ ਬੱਚੇ 'ਚ ਔਗਣ ਹੋਣ ਫਿਰ ਵੀ ਸਾਰਿਆਂ ਸਾਹਮਣੇ ਆਖੇਗੀ ਮੇਰੇ ਲਾਡਲੇ ਵਰਗਾ ਤੇ ਪੋਤੀ ਕੋਈ ਨਹੀਂ, ਮੇਰੇ ਹੀਰੇ ਵਰਗਾ ਪੋਤੀ ਕੋਈ ਨਹੀਂ। ਇੱਕ ਗੁਰੂ ਨਹੀਂ ਜੇ ਕਦੀ ਨਸ਼ਰ ਕਰਦਾ। ਸਤਿਗੁਰੂ ਕਦੀ ਪਾਪ ਜਿਹੜੇ ਨੇ ਉਹ ਨਸ਼ਰ ਨਹੀਂ ਜੇ ਕਰਦੇ। ਮੈਂ ਕੱਲ ਵੀ ਕਿਹਾ ਸੀ ਤੇਰੇ ਅੰਦਰ ਪਾਪ ਨੇ, ਔਗਣ ਨੇ, ਗੁਰੂ ਦੇ ਕੋਲ ਆਣ ਕੇ ਪ੍ਰਵਾਨ ਕਰ ਲਾ, ਗੁਰੂ ਤੈਨੂੰ ਬਖਸ਼ ਦੇਵੇਗਾ। ਸਤਿਗੁਰੂ ਭਾਈ ਚੰਦਨ ਨੂੰ ਕਹਿਣ ਲੱਗੇ ਚੰਦਨ ਗੁਰੂ ਕਦੀ ਪਰਦੇ ਕੱਜ ਜਿਹੜਾ ਉਹ ਉਠਾਉਂਦਾ ਨਹੀਂ, ਗੁਰੂ ਜਿਹੜਾ ਪਰਦਾ ਢੱਕਦਾ ਹੈ। ਗੁਰੂ ਇੱਜ਼ਤ ਪੱਤ ਦਾ ਦਾਤਾ ਹੈ, ਉਹ ਇੱਜ਼ਤ ਪੱਤ ਜਿਹੜੀ ਹੈ ਲੋਕਾਂ ਦੇ ਸਾਹਮਣੇ ਰੋਲਦਾ ਨਹੀਂ। ਤੇ ਮੈਂ ਜਿਹੜੀ ਬੇਨਤੀ ਕਰ ਲਗਾ ਗੁਰਮੁਖੋ, ਅੱਜ ਮਨੁੱਖ ਕਈ ਵਾਰੀ ਧਰਮ ਦੇ ਨਾਂ ਦੇ ਉੱਤੇ ਜਾਂ ਅੰਦਰੋਂ ਅੰਦਰੀ ਇਹੋ ਜਿਹੇ ਪਾਪ ਕਰਦਾ ਹੈ, ਪਰਮਾਤਮਾ ਉਹਨੂੰ ਬਖਸ਼ ਦਿੰਦਾ ਹੈ। ਚੱਲ ਕੋਈ ਗੱਲ ਨਹੀਂ, ਜਾਣਦੇ ਹੋ, ਸਮਝਾ ਦਿੰਦਾ ਕੋਈ ਨਾ ਕੋਈ ਸੱਟ ਲਾ ਕੇ। ਮਨੁੱਖ ਫਿਰ ਮਨ 'ਚ ਅੰਦਰ ਪਾਪ ਸੋਚਦਾ, ਲੈ ਮੈਨੂੰ ਤੇ ਡੱਕਿਆ ਕੋਈ ਨਹੀਂ, ਜੇ ਰੱਬ ਹੁੰਦਾ ਤੇ ਮੈਨੂੰ ਡੱਕਦਾ ਨਾ। ਉਹ ਫਿਰ ਉਸੇ ਪਾਪ ਦੇ ਥੱਲੇ ਕਈ ਹੋਰ ਪਾਪ ਕਰਦਾ ਹੈ। ਯਾਦ ਰੱਖੋ, ਇੱਕ ਪਾਪ ਕੀਤਾ ਨਹੀਂ ਜੱਗ ਜ਼ਾਹਰ ਹੋਇਆ, ਇਹਦਾ ਭਾਵ ਇਹ ਨਹੀਂ ਕਿ ਗੁਰੂ ਨੂੰ ਪਤਾ ਨਹੀਂ, ਇਹਦਾ ਭਾਵ ਹੈ ਗੁਰੂ ਨੇ ਬਖਸ਼ ਦਿੱਤਾ, ਤੂੰ ਅਜੇ ਵੀ ਮੌਕਾ ਸੁਧਰ ਜਾ। ਤਾਈਓ ਸਾਡਾ ਸਮਾਜ ਕਹਿੰਦਾ ਹੁੰਦਾ ਨਾ, 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਤੂੰ 100 ਚੋਰੀ ਕਰ, ਰੱਬ ਬਖਸ਼ਦਾ ਜਾਵੇਗਾ। ਪਰ ਜਿਸ ਦਿਨ ਰੱਬ ਪਰਦੇ ਚੁੱਕਣ ਤੇ ਆ ਗਿਆ, ਆਪਾਂ ਅੱਗੇ ਜਾ ਕੇ ਪੜ੍ਹਨਾ ਹੈ, ਯਾਦ ਰੱਖੀ ਲੋਕਾਂ ਦੇ ਵਿੱਚ ਘਾਹ ਖਾਣ ਤੇ ਭੀਖ ਮੰਗਣ ਤੇ ਮਜਬੂਰ ਹੋ ਜਾਏਗਾ। ਸੋ ਮੇਰੇ ਕਹਿਣ ਦਾ ਭਾਵ, ਸਤਿਗੁਰੂ ਇੱਥੇ ਕਹਿਣਗੇ ਚਿੱਤੈ ਅੰਦਰ ਸਭ ਕੋ ਵੇਖ। ਵੇਖ ਦਾ ਅਰਥ ਵੇਖਣਾ ਵੀ ਹੈ, ਵੇਖ ਦਾ ਅਰਥ ਸੰਭਾਲਣਾ ਕਰ ਲਈਏ ਜ਼ਿਆਦਾ ਸੌਖਾ ਰਹੇਗਾ। ਕਹਿਣ ਲੱਗੇ ਉਹ ਪਰਮਾਤਮਾ ਇਕੱਲਾ ਤੈਨੂੰ ਧਿਆਨ ਦੇ ਵਿੱਚ ਨਹੀਂ ਰੱਖਦਾ, ਉਹ ਹਰੇਕ ਜੀਵ ਨੂੰ ਸਾਂਭਦਾ ਵੀ ਹੈ।
ਨਦਰੀ ਹੇਠ ਚਲਾਇੰਦਾ, ਜਿੱਥੇ ਸਾਂਭਦਾ ਹੈ ਉਹ ਆਪਣੀ ਨਜ਼ਰ ਦੇ ਵਿੱਚ ਸਾਰਿਆਂ ਨੂੰ ਤੋਰੀ ਫਿਰਦਾ। ਸਾਰਿਆਂ ਦੀ ਜੀਵਨ ਦੀ ਕਾਰ ਜਿਹੜੀ ਹੈ ਉਹ ਪਰਮਾਤਮਾ ਦੇ ਅਧੀਨ, ਜਾਂ ਕਹਿ ਲਈਏ ਪਰਮਾਤਮਾ ਦੀ ਹਾਜ਼ਰੀ ਦੇ ਵਿੱਚ, ਉਹਦੀ ਨਜ਼ਰ ਦੇ ਵਿੱਚ ਹੀ ਹੁੰਦੀ ਪਈ ਹੈ। ਮੈਂ ਬੇਨਤੀ ਕਰਾਂ, ਅਸੀਂ ਕੋਈ ਵੀ ਕਰਮ ਕਰਦੇ ਹਾਂ ਨਾ, ਚੰਗਾ ਕਰਦੇ ਹਾਂ, ਚਲੋ ਅਗਲੀ ਪੰਕਤੀ ਪੜ੍ਹ ਲਈਏ, ਸਪਸ਼ਟ ਹੋ ਜਾਏਗਾ। ਅੱਗੇ ਸਤਿਗੁਰੂ ਕਹਿਣਗੇ ਆਪੇ ਦੇ ਵਡਿਆਈਆਂ। ਕਈ ਵਾਰੀ ਮਨੁੱਖ ਨੂੰ ਵਡਿਆਈ ਮਿਲਦੀ ਹੈ, ਇਹੋ ਜਿਹੀਆਂ ਵਡਿਆਈਆਂ ਮਿਲ ਜਾਂਦੀਆਂ, ਮਨੁੱਖ ਸੋਚ ਕੇ ਵੀ ਹੈਰਾਨ ਰਹਿੰਦਾ ਕਿ ਮੈਂ ਐਡੀਆਂ ਐਡੀਆਂ ਉੱਚੀਆਂ ਪਦਵੀਆਂ 'ਤੇ ਵੀ ਬੈਠਾਂਗਾ। ਸਤਿਗੁਰੂ ਕਹਿਣਗੇ ਕਈ ਵਾਰੀ ਪਰਮਾਤਮਾ ਉੱਚੀਆਂ ਪਦਵੀਆਂ 'ਤੇ ਬਿਠਾ ਦਿੰਦਾ ਹੈ, ਆਪੇ ਹੀ ਕਰਮ ਕਰਾਏਦਾ। ਕਈ ਵਾਰੀ ਇਹੋ ਜਿਹੇ ਮਨੁੱਖ ਦੇ ਕੋਲੋਂ ਕਰਮ ਕਰਾ ਦਿੰਦਾ ਹੈ ਕਿ ਮਨੁੱਖ ਆਪਣੇ ਆਪ ਦੇ ਵਿੱਚ ਸ਼ਰਮਸ਼ਾਰ ਹੁੰਦਾ ਹੈ। ਗੁਰਮਤਿ ਕਹਿੰਦੀ ਹੈ ਵਡਿਆਈ ਦੇਣ ਵਾਲਾ ਤੇ ਹਰੇਕ ਤਰ੍ਹਾਂ ਦੇ ਕਰਮ ਕਰਾਉਣ ਵਾਲਾ ਤੇਰੇ ਕੋਲ ਉਹ ਪਰਮਾਤਮਾ ਹੈ। ਇੱਕ ਗੱਲ ਯਾਦ ਰੱਖਿਓ, ਮੈਂ ਇੱਥੇ ਜਿਹੜੀ ਬੇਨਤੀ ਕਰਨੀ ਚਾਹੁੰਦਾ, ਇਹ ਦੋ ਪੰਕਤੀਆਂ ਨੇ, ਚਿੱਤੈ ਅੰਦਰ ਸਭ ਕੋ ਵੇਖ, ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ। ਯਾਦ ਰੱਖਿਓ, ਗੁਰੂ ਕਦੀ ਪੜਦੇ ਨਹੀਂ ਜੇ ਕਿਸੇ ਦੇ ਜ਼ਾਹਰ ਕਰਦਾ, ਤੇ ਸਿੱਖ ਨੂੰ ਵੀ ਗੁਰੂ ਨੇ ਇਹੋ ਹੁਕਮ ਕੀਤਾ ਹੈ। ਅਸੀਂ ਅਰਦਾਸ 'ਚ ਇੱਕ ਸ਼ਬਦ ਪੜ੍ਹਦੇ ਦੇਖ ਕੇ ਅਣਡਿੱਠ ਕੀਤਾ। ਗੁਰੂ ਦਾ ਸਿੱਖ ਕਿਸੇ ਦਾ ਔਗਣ ਵੀ ਵੇਖ ਲਵੇ, ਉਹਨੂੰ ਜ਼ਾਹਰ ਨਾ ਕਰੇ, ਉਹਨੂੰ ਦੇਖ ਕੇ ਅਣਡਿੱਠ ਕਰ ਦੇਵੇ, ਉਹਦੇ ਤੇ ਪਰਦਾ ਪਾ ਦੇਵੇ। ਪਰ ਗੁਰਮੁਖੋ ਅੱਜ ਸਾਡੇ ਕੋਲ ਇਹ ਅਵਸਥਾ ਨਹੀਂ। ਅਸੀਂ ਕਿਸੇ ਦਾ ਔਗਣ ਵੇਖਿਆ ਨਹੀਂ ਹੁੰਦਾ, ਮਾੜੀ ਜੀ ਕੰਨੀ ਸੋਹ ਪੈਂਦੀ ਹੈ, ਮਾੜੀ ਜੀ ਗੱਲ ਸੁਣਦੇ ਹਾਂ, ਅਸੀਂ ਉਸੇ ਵੇਲੇ ਜਿੰਨਾ ਚਿਰ 10-20 ਬੰਦਿਆਂ ਨੂੰ ਦੱਸ ਨਹੀਂ ਦਿੰਦੇ ਉਹਨਾਂ ਚਿਰ ਸਾਡਾ ਢਿੱਡ ਹੌਲਾ ਨਹੀਂ ਹੁੰਦਾ। ਪਰ ਯਾਦ ਰੱਖਿਓ, ਇਹ ਸਿੱਖ ਦਾ ਜੀਵਨ ਨਹੀਂ। ਸਿੱਖ ਦੇ ਲਈ ਇਹ ਹੁਕਮ ਹੈ, ਤੂੰ ਕਿਸੇ ਦਾ ਪਾਪ ਵੇਖ ਵੀ ਲੈਣਾ ਹੈ ਨਾ, ਤੂੰ ਉਹਦੇ ਉੱਤੇ ਪਰਦੇ ਪਾ ਦੇ, ਤੂੰ ਉਹਨੂੰ ਕੱਜ ਦੇ। ਅੱਜ ਤੇ ਜ਼ਾਹਰ ਕੀਤਾ ਜਾਂਦਾ ਹੈ, ਅੱਜ ਦੇ ਕੰਮ ਹੀ ਬੜੇ ਸੌਖੇ ਨੇ। ਕਿਸੇ ਦਾ ਪਾਪ ਤੁਹਾਡੇ ਸਾਹਮਣੇ ਆਇਆ, ਉਸੇ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਹੈ, ਉਸੇ ਵੇਲੇ ਟਵੀਟ ਕਰ ਦਿੱਤੀ ਜਾਂਦੀ ਹੈ, ਫੇਸਬੁੱਕ ਤੇ ਪਾ ਦਿੱਤਾ ਜਾਂਦਾ, ਵਟਸਐਪ ਤੇ ਪਾ ਦਿੱਤਾ ਜਾਂਦਾ ਹੈ। ਹਰ ਪਾਸੇ ਇਹ ਮਨੁੱਖ ਦੇ ਔਗਣ ਜ਼ਾਹਰ ਕੀਤੇ ਜਾਂਦੇ ਨੇ। ਇੱਕ ਗੱਲ ਯਾਦ ਰੱਖਿਓ, ਸਾਡਾ ਸਮਾਜ ਅੱਜ ਇੰਨਾ ਕੁ ਜ਼ਿਆਦਾ ਕੁਰੀਤੀਆਂ ਦੇ ਵਿੱਚ ਪੈ ਚੁੱਕਾ ਹੈ, ਜਦੋਂ ਕਿਸੇ ਦੀ ਕੋਈ ਧੀ ਜਾਂ ਪੁੱਤ ਕੋਈ ਵੀ ਜੀਵਨ ਦੇ ਵਿੱਚ ਗਲਤੀ ਕਰਦਾ ਹੈ, ਲੋਕ ਮੂੰਹ ਜੋੜ ਗੱਲਾਂ ਕਰਦੇ ਨੇ। ਮੈਂ ਇੱਕੋ ਹੀ ਗੱਲ ਕਹਿਣਾ ਨਾ ਗੁਰਮੁਖੋ, ਲੋਕਾਂ ਦੀਆਂ ਧੀਆਂ ਤੇ ਲੋਕਾਂ ਦੇ ਬੱਚਿਆਂ ਤੇ ਉਂਗਲ ਚੁੱਕਣੀ ਬੜੀ ਸੌਖੀ ਜੇ। ਜਿਸ ਦਿਨ ਕੋਈ ਤੁਹਾਡੀ ਧੀ ਦੇ ਉੱਤੇ ਉਂਗਲ ਚੁੱਕੇਗਾ, ਉਸ ਦਿਨ ਜਰਨੀ ਬੜੀ ਔਖੀ ਹੋ ਜਾਂਦੀ ਹੈ। ਤੁਸੀਂ ਇਹ ਗੁਰੂ ਦੇ ਕੋਲੋਂ ਸਿੱਖੋ। ਜੇ ਕੁਝ ਤੁਸੀਂ ਗਲਤ ਦੇਖਿਆ ਉਹਨੂੰ ਸਮਝਾਓ, ਨਹੀਂ ਕੋਈ ਸਮਝ ਲੱਗਦਾ ਉਹਦੇ ਤੇ ਪਰਦੇ ਪਾ ਦਿਓ, ਉਹਨੂੰ ਗੁਰੂ ਸਾਂਭੇ ਜਾਂ ਉਹਦਾ ਮਾਂ ਬਾਪ ਸਾਂਭੇ। ਸਾਡੇ ਕੋਲ ਕੋਈ ਹੱਕ ਨਹੀਂ ਅਸੀਂ ਕਿਸੇ ਨੂੰ ਜਿਹੜਾ ਸੀ ਉਹਦਾ ਪਰਦਾ ਜ਼ਾਹਰ ਕਰ ਸਕੀਏ। ਜੇ ਪਰਮਾਤਮਾ ਕਿਸੇ ਦੇ ਪਰਦੇ ਜ਼ਾਹਰ ਨਹੀਂ ਕਰਦਾ, ਜੇ ਗੁਰੂ ਪਰਦੇ ਜ਼ਾਹਰ ਨਹੀਂ ਕਰਦਾ, ਜਿਨ੍ਹਾਂ ਨੇ ਜੰਮੇ ਜੇ ਉਹ ਪਰਦੇ ਜ਼ਾਹਰ ਨਹੀਂ ਕਰਦੇ, ਤੇਰੇ ਕੋਲ ਕੀ ਹੱਕ ਹੈ ਕਿਸੇ ਧੀ ਪੁੱਤ ਦਾ ਪਰਦਾ ਜ਼ਾਹਰ ਕਰਨ ਦਾ। ਸਤਿਗੁਰੂ ਕਹਿਣ ਲੱਗੇ ਇਹ ਪਰਮਾਤਮਾ ਦਾ ਗੁਣ ਹੈ, ਇਹ ਸਿੱਖ ਨੂੰ ਅਪਣਾਉਣਾ ਚਾਹੀਦਾ। ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ, ਕਹਿੰਦੇ ਪਰਮਾਤਮਾ ਆਪ ਹੀ ਕਈ ਵਾਰੀ ਵਡਿਆਈਆਂ ਦਿੰਦਾ ਹੈ, ਆਪ ਹੀ ਮਨੁੱਖ ਦੇ ਕੋਲੋਂ ਇਹੋ ਜਿਹੇ ਕਰਮ ਕਰਾ ਲੈਂਦਾ ਹੈ। ਇਹ ਗੱਲ ਨੂੰ ਥੋੜ੍ਹਾ ਜਿਹਾ ਸਮਝਣਾ ਹੋਵੇ ਤਾਂ ਗੁਰੂ ਨਾਨਕ ਸਾਹਿਬ ਦੇ 2-3 ਬਚਨ ਮੈਂ ਪੜ੍ਹ ਦਿੰਦਾ ਜਪਜੀ ਸਾਹਿਬ ਦੇ ਵਿੱਚੋਂ। ਇੱਕ ਦੂਜੀ ਪੌੜੀ ਅਸੀਂ ਪੜ੍ਹਦੇ ਹਾਂ ਜੀ, ਹੁਕਮੀ ਹੋਵਨ ਆਕਾਰ। ਸਾਰਾ ਕੁਝ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ, ਆਪੇ ਵਡਿਆਈ ਮਿਲਦੀ ਹੈ, ਆਪੇ ਹੀ ਤਰ੍ਹਾਂ ਦੇ ਜੀਵ ਕਰਮ ਪਿਆ ਕਰਦਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ। ਉਹਦੇ ਹੁਕਮ ਦੇ ਵਿੱਚ ਉੱਤਮ ਵੀ ਨੇ, ਉਹਦੇ ਹੁਕਮ ਦੇ ਵਿੱਚ ਨੀਚ ਵੀ ਨੇ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ। ਇੱਕ ਭਟਕਦੇ ਰਹਿੰਦੇ ਨੇ, ਇੱਕ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ। ਪੜ੍ਹੋ ਜਪਜੀ ਸਾਹਿਬ ਦੀਆਂ ਜਿਹੜੀਆਂ ਨੇ 2 ਪੌੜੀਆਂ ਅਸੰਖ ਵਾਲੀਆਂ ਨੂੰ, ਮੈਂ ਕੇਵਲ ਤੇ ਕੇਵਲ ਪੌੜੀਆਂ ਪੜ੍ਹ ਦਿੰਦਾ, ਅਰਥ ਬੜੀ ਵਾਰੀ ਕੀਤੇ ਨੇ ਕਿ ਅਸੰਖ ਜਪ ਅਸੰਖ ਪਾਓ, ਆਪੇ ਦੇ ਵਡਿਆਈਆਂ, ਆਪੇ ਕਰਮ ਕਰਾਇਂਦਾ। ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, असंख सूरमो पाकसार, असंख मोन लिव लाए तार, कुदरत कवन कहा विचार, वारिया न जावा एक वार, जो तुद भावै साई भली कर तू सदा सलामत निरंकार। जे तू वडियाई दे रहा है, गुरु नानक साहब कहते ये तेरी रहमत है, उहदे विच मैं कुछ नहीं कह सकता। अगली पौड़ी की, असंख मूर्ख अंधकोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़ियार कूड़े फराहे, असंख मलेश मल भख खाहे, असंख निंदक सिर करें भार, नानक नीच कहे विचार, वारिया न जावा एक वार, जो तुद भावे साई भली कर तू सदा सलामत निरंकार। जे तेरे हुक्म दे विच चंगे ने तां भी मुबारक है, जे तेरे हुक्म दे विच कोई मंदे ने तां भी मुबारक है। सतगुरु कहणगे आपे दे वडियाइयां, आपे ही कर्म कराएंदा, वो आप ही जीवां नूं प्रेर के मत बुद्ध प्रभ अंतरजामी, ज्यों प्रेरे त्यों करना। जिवें परमात्मा सानू प्रेरदा है, जीव उदां दे ही कर्म पिया करदा है, आपे ही कर्म कराएंदा। अगे सतगुरु कहण लगे वड्डो
ਵੱਡਾ ਵੱਡ ਮੇਦਨੀ। ਕਹਿਣ ਲੱਗੇ ਉਹ ਸਾਰਿਆਂ ਤੋਂ ਵੱਡਿਆਂ ਤੋਂ ਵੱਡਾ ਏ। ਵੱਡ ਮੇਦਨੀ ਦਾ ਅਰਥ ਕਰਾਂਗੇ, ਮੇਦਨੀ ਪ੍ਰਿਥਵੀ ਧਰਤੀ। ਕਹਿਣ ਲੱਗੇ ਉਹਦਾ ਸਾਜਿਆ ਹੋਇਆ ਇਹ ਖੰਡ ਬ੍ਰਹਿਮੰਡ ਪ੍ਰਿਥਵੀ, ਇਹਦਾ ਵੀ ਕੋਈ ਅੰਤ ਨਹੀਂ, ਉਹ ਵੀ ਬੇਅੰਤ ਵੱਡੀ ਹੈ, ਵੱਡੋ ਵੱਡਾ ਵੱਡ ਮੇਦਨੀ। ਅੱਗੇ ਕਹਿਣ ਲੱਗੇ ਸਿਰੇ ਸਿਰ ਧੰਦਾ ਲਾਏਂਦਾ। ਕਹਿੰਦੇ ਉਹਨੂੰ ਪਤਾ ਜਿਹੜੀ ਇੱਟ ਕਿੱਥੇ ਲੱਗਣੀ ਉਹ ਉਹਨੂੰ ਉੱਥੇ ਫਿੱਟ ਕਰ ਦਿੰਦਾ। ਹਰੇਕ ਜੀਵ ਨੂੰ ਪਰਮਾਤਮਾ ਨੇ ਆਪ ਹਰੇਕ ਕਿਸੇ ਨਾ ਕਿਸੇ ਕੰਮਕਾਰ ਧੰਦੇ ਦੇ ਵਿੱਚ ਲਾਇਆ ਹੋਇਆ ਹੈ। ਕਈ ਵਾਰੀ ਨਾ ਸਾਡੇ ਮਨ 'ਚ ਆ ਜਾਂਦਾ ਹੈ, ਚਲੋ ਕਈਆਂ ਦੇ ਦਿਲ ਪਿਘਲੇ ਹੁੰਦੇ ਨੇ। ਇੱਕ ਮਨੁੱਖ ਕਿਸੇ ਨੂੰ ਭੀਖ ਮੰਗਦਿਆਂ ਦੇਖਦਾ ਹੈ, ਕਿਸੇ ਨੂੰ ਨੀਵੇਂ ਕਰਮ ਕਰਦਿਆਂ ਦੇਖਦਾ, ਕੂੜਾ ਚੱਕਦਿਆਂ ਦੇਖਦਾ। ਕਈ ਵਾਰੀ ਮਨ 'ਚ ਆਵੇਗਾ ਮਨਾ ਇਹਨਾਂ ਦੀ ਕੀ ਜ਼ਿੰਦਗੀ ਹੈ। ਪਰ ਮੈਂ ਉੱਥੇ ਇੱਕ ਗੱਲ ਕਹਿੰਦਾ ਹੁੰਦਾ, ਇਹ ਜੇ ਅਸੀਂ ਸਾਰਿਆਂ ਨੂੰ ਬਰਾਬਰ ਕਰ ਦਈਏ ਨਾ ਤੇ ਸਾਡੇ ਘਰਾਂ 'ਚ ਲੀਰਾਂ ਕੌਣ ਮਾਰੇਗਾ, ਕੂੜਾ ਕੌਣ ਚੁੱਕੇਗਾ। ਆਪਾਂ ਤਾਂ ਚੁੱਕ ਕੇ ਰਾਜੀ ਨਹੀਂ ਹੈਗੇ। ਅਸੀਂ ਤੇ ਅੱਜ ਆਪਣੀ ਚਾਦਰ ਝਾੜ ਕੇ ਰਾਜੀ ਨਹੀਂ ਹੈਗੇ। ਇਸ ਕਰਕੇ ਪ੍ਰਮਾਤਮਾ ਨੇ ਹਰੇਕ ਥਾਂ ਦੇ ਉੱਤੇ ਹਰੇਕ ਜਾਣੇ ਨੂੰ ਫਿੱਟ ਕੀਤਾ ਹੋਇਆ ਹੈ। ਜੇ ਤੈਨੂੰ ਦਾਤ ਦਿੱਤੀ ਹੈ, ਤੂੰ ਖਾਂਦਾ ਪਿਆ ਹੈ, ਜਿਹੜੀ ਤੇਰੇ ਘਰ ਦਾ ਕੂੜਾ ਕਰਕਟ ਚੁੱਕਣ ਵਾਸਤੇ ਉਹਨੇ ਉਹਦੇ 'ਚੋਂ ਉਹਦੀ ਰੋਟੀ ਬਣਾਈ, ਉਹਨੂੰ ਉਹ ਖਾਂਦਾ ਪਿਆ ਹੈ। ਯਾਦ ਰੱਖਿਓ, ਮਛਲੀ ਪਾਣੀ ਦੇ ਵਿੱਚ ਰਹਿੰਦੀ ਹੈ, ਉਹ ਕਿਰਮਾਂ ਨੂੰ ਖਾਂਦੀ ਹੈ, ਜਦੋਂ ਮਰ ਜਾਂਦੀ ਹੈ ਕਿਰਮ ਉਹਨੂੰ ਖਾਂਦੇ ਨੇ। ਪਰਮਾਤਮਾ ਨੇ ਹਰੇਕ ਚੀਜ਼ ਨੂੰ ਆਪਣੇ ਹਿਸਾਬ ਦੇ ਨਾਲ ਫਿੱਟ ਕੀਤਾ ਹੋਇਆ ਹੈ। ਜੇ ਅਸੀਂ ਚਾਹੀਏ ਨਾ, ਇਹ ਇੱਕ ਵਾਰੀ ਇੱਕ ਕਹਾਣੀ ਵੀ ਆਉਂਦੀ ਹੈ ਕਿ ਇੱਕ ਮਨੁੱਖ ਇਹ ਚਾਹੁੰਦਾ ਸੀ ਕਿ ਸਾਰੇ ਬਰਾਬਰ ਹੋ ਜਾਣ। ਉਹਨੇ ਰੱਬ ਦੇ ਅੱਗੇ ਫਰਿਆਦ ਕੀਤੀ ਤੇ ਕਹਿੰਦੇ ਇੱਕ ਰਾਤ ਮੀਂਹ ਬੜਾ ਪਿਆ। ਉਹ ਮੀਂਹ ਜਿਹੜਾ ਸੀ ਹੀਰਿਆਂ ਦਾ ਪੈ ਗਿਆ। ਤੇ ਜਦੋਂ ਮੀਂਹ ਪੈਂਦਾ ਹੈ, ਇਹ ਸੁਭਾਵਿਕ ਸੀ ਜਿਹੜੇ ਕੋਠੀਆਂ ਵਾਲੇ ਲੋਕ ਸਨ ਉਹ ਉਦਣ ਵੀ ਅੰਦਰੇ ਤੜੇ ਰਹੇ ਕਿ ਮਨ 'ਚ ਸ਼ਾਇਦ ਜਿਹੜਾ ਉਹ ਗੜੇ ਪੈਂਦੇ ਹੋਣਗੇ। ਜਿਨ੍ਹਾਂ ਦੀਆਂ ਝੁੱਗੀਆਂ ਚੋਂਦੀਆਂ ਸਨ ਉਹ ਬਾਹਰ ਆ ਗਏ, ਉਹਨਾਂ ਨੇ ਹੀਰੇ ਇਕੱਠੇ ਕਰ ਲਏ। ਹੀਰੇ ਇਕੱਠੇ ਕਰਨੇ ਸੌਖੇ ਨੇ, ਸਾਂਭਣੇ ਬੜੇ ਔਖੇ ਨੇ। ਜਦੋਂ ਹੀਰੇ ਇਕੱਠੇ ਕੀਤੇ ਤੇ ਜਿਹਨੇ ਮੀਂਹ ਪਵਾਇਆ, ਮਨ 'ਚ ਸੋਚਿਆ ਸਾਰੇ ਬਰਾਬਰ ਹੋ ਜਾਣਗੇ। ਉਹ 2-4 ਦਿਨਾਂ ਦੇ ਵਿੱਚ ਉਹਨਾਂ ਨੂੰ ਹੀਰਿਆਂ ਦੀ ਕਦਰ ਦਾ ਕੀ ਪਤਾ, ਖਾ ਪੀ ਕੇ ਫਿਰ ਉੱਦਾਂ ਦੇ ਉੱਦਾਂ ਦੇ। ਇਸ ਕਰਕੇ ਜਿੱਥੇ ਜਿਹਨੂੰ ਪਰਮਾਤਮਾ ਨੇ ਰੱਖਿਆ ਹੈ ਨਾ, ਅਸੀਂ ਪਰਮਾਤਮਾ ਦੇ ਹੁਕਮ ਦੇ ਵਿੱਚ ਕੋਈ ਵੀ ਹੁਕਮ ਅਬਦੂਲੀ ਨਹੀਂ ਕਰ ਸਕਦੇ, ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਸਤਿਗੁਰੂ ਕਹਿੰਦੇ ਇਹ ਪਰਮਾਤਮਾ ਦੀ ਵਡਿਆਈ ਹੈ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੇ ਲਾਏਂਦਾ। ਯਾਦ ਰੱਖਿਓ ਇਹ ਪਰਮਾਤਮਾ ਨੇ ਲਾਇਆ ਹੈ। ਤੇ ਜੇ ਕਿਤੇ ਮਨੁੱਖ ਦੇ ਵੱਸ ਦੇ ਵਿੱਚ ਹੋਵੇ ਨਾ, ਜਿਹੜੀ ਆਪਾਂ ਹੁਣੇ ਪੌੜੀ ਪੜ੍ਹੀ ਅਸੰਖ ਮੂਰਖ ਵਾਲੀ, ਅੱਜ ਸਮਾਜ ਦੇ ਵਿੱਚ ਮਨੁੱਖ ਦਾ ਔਗਣ ਜ਼ਾਹਰ ਹੋ ਜੇ, ਸਮਾਜ ਉਹਨੂੰ ਬਖਸ਼ਦਾ ਨਹੀਂ। ਜੇ ਉਹ ਅਪਰਾਧੀ ਹੋਵੇ, ਕਾਨੂੰਨ ਉਹਨੂੰ ਫੜ ਕੇ ਸਜ਼ਾ ਦਿੰਦਾ ਹੈ। ਪਰ ਇੱਕ ਹਸਤੀ ਕੇਵਲ ਤੇ ਕੇਵਲ ਪਰਮਾਤਮਾ ਹੈ, ਜਿਹੜਾ ਹਰੇਕ ਕਰਮ ਦੇਖਦਾ ਪਿਆ ਹੈ। ਦੁਖਤ ਦੇਖਤ ਹੈ ਪਰ ਦੇਤ ਨਾ ਹਾਰੇ, ਪਰ ਫਿਰ ਵੀ ਉਹਨੂੰ ਦਾਤਾਂ ਦਿੰਦਾ ਪਿਆ। ਮਨੁੱਖ ਦੇ ਵੱਸ 'ਚ ਹੋਵੇ ਤਾਂ ਇਹ ਕਿਸੇ ਨੂੰ ਸਕੇ ਭਰਾ ਨੂੰ ਰੋਟੀ ਦੀ ਬੁਰਕੀ ਖਾਣ ਤੱਕ ਨਾ ਦੇਵੇ। ਪਰਮਾਤਮਾ ਦਾ ਸ਼ੁਕਰ ਕਰਿਆ ਕਰੋ। ਮਨੁੱਖ ਸਾਰੀ ਦਿਹਾੜੀ ਅੱਤ ਦੇ ਕੁਕਰਮ ਕਮਾਉਂਦਾ ਹੈ, ਪਰਮਾਤਮਾ ਫਿਰ ਵੀ ਸੌਣ ਲੱਗੇ ਉਹਨੂੰ ਮੂੰਹ 'ਚ ਰਾਤ ਰੋਟੀ ਪਿਆ ਪਾਉਂਦਾ ਹੈ। ਇਹ ਪਰਮਾਤਮਾ ਦੀ ਕਿਰਪਾ ਹੈ। ਮਨੁੱਖ ਨਹੀਂ ਜੇ ਕਰ ਸਕਦਾ। ਇਸਕੇ ਹੱਥ ਹੋਏ ਤਾਂ ਸਭ ਕੁਛ ਲੈ। ਕਹਿੰਦੇ ਜੇ ਇਹਦੇ ਹੱਥ 'ਚ ਪਾਵਰ ਹੋਵੇ ਨਾ ਮਨੁੱਖ ਦੇ, ਇਹ ਸਾਰਾ ਕੁਝ ਸਮਾਜ ਤੋਂ ਛੀਨ ਲਵੇ, ਖੋਹ ਲਵੇ। ਇਹ ਪਰਮਾਤਮਾ ਹੀ ਆ ਜਿਹੜਾ ਹਰੇਕ ਨੂੰ ਜਿਹਨੂੰ ਜਿੱਥੇ ਫਿੱਟ ਕਰਨਾ ਹੈ ਉਹਨੂੰ ਫਿੱਟ ਕਰਕੇ ਉਹਦੇ ਕੋਲੋਂ ਕਰਮ ਕਰਾਈ ਜਾਂਦਾ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੇ ਲਾਏਂਦਾ। ਹਾਂ, ਅੱਗੇ ਇੱਕ ਗੱਲ ਜ਼ਰੂਰ ਹੈ, ਪਰਮਾਤਮਾ ਨੇ ਜਿਹਨੂੰ ਜਿੱਥੇ ਫਿੱਟ ਕਰਨਾ ਉੱਥੇ ਫਿੱਟ ਕੀਤਾ ਹੈ। ਪਰ ਕਈ ਵਾਰ ਮਨੁੱਖ ਅਹੁਦਾ ਪ੍ਰਾਪਤ ਕਰਕੇ ਤੇ ਹੰਕਾਰ ਦੀ ਪੌੜੀ ਚੜ੍ਹ ਜਾਂਦਾ ਹੈ। ਇਹ ਗੱਲ ਜ਼ਰੂਰ ਧਿਆਨ ਦੇ ਨਾਲ ਸੁਣਿਓ। ਪਰਮਾਤਮਾ ਨੇ ਪਦਵੀ ਦਿੱਤੀ, ਪਰਮਾਤਮਾ ਨੇ ਕੁਰਸੀ ਦਿੱਤੀ। ਕੁਰਸੀ ਦੇ ਕੇ ਜਦੋਂ ਮਨੁੱਖ ਦੀਆਂ ਅੱਖਾਂ ਨਿਕਲ ਆਉਂਦੀਆਂ ਨੇ, ਕੁਰਸੀ ਲੈ ਕੇ ਜਿਸ ਵੇਲੇ ਉਹ ਮਾੜੇ ਨੂੰ ਗਰੀਬ ਨੂੰ ਪਹਿਚਾਣਦਾ ਨਹੀਂ, ਮੈਂ ਸਿੱਧਾ ਕਹਿ ਦੇਵਾਂ ਆਪਣੀ ਔਕਾਤ ਭੁੱਲ ਜਾਂਦਾ ਹੈ, ਫਿਰ ਪਰਮਾਤਮਾ ਉਹਨੂੰ ਉਹਦੀ ਔਕਾਤ ਵੀ ਵਿਖਾ ਦਿੰਦਾ। ਇੱਥੇ ਗੁਰੂ ਸਾਹਿਬ ਕਹਿ ਲੱਗੇ ਨਦਰ ਉਪੱਠੀ ਜੇ ਕਰੇ। ਜੇ ਤੈਨੂੰ ਰੱਬ ਨੇ ਮਾਣ ਦਿੱਤਾ, ਵਡਿਆਈ ਦਿੱਤੀ ਹੈ, ਉੱਚ ਅਹੁਦਾ ਦਿੱਤਾ, ਸਤਿਕਾਰ ਕਰ ਪਰਮਾਤਮਾ ਦਾ, ਉਹਦੇ ਅਹੁਦੇ ਦਾ ਸਤਿਕਾਰ ਕਰ। ਜੇ ਤੂੰ ਆਪਣੀ ਕੁਰਸੀ ਤੇ ਬਹਿ ਕੇ ਕਿਸੇ ਗਰੀਬ ਨੂੰ ਨਹੀਂ ਦੇਖਦਾ, ਕਿਸੇ ਦਾ ਹੱਕ ਮਾਰਨ ਲੱਗਿਆ ਨਹੀਂ ਵੇਖਦਾ, ਕਿਸੇ ਨੂੰ ਬੋਲਣ ਲੱਗਿਆ ਨਹੀਂ ਵੇਖਦਾ, ਸ਼ਬਦਾਂ ਦੀ ਵਰਤੋਂ ਕਰਨ ਲੱਗਿਆ ਨਹੀਂ ਵੇਖਦਾ, ਯਾਦ ਰੱਖੀ ਜੇ ਪ੍ਰਮਾਤਮਾ ਦੀ ਨਜ਼ਰ ਪੁੱਠੀ ਹੋ ਗਈ, ਸਤਿਗੁਰੂ ਕਹਿ ਲਗੇ ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਘਾਹਾ ਕਰਾਏ ਦਾ। ਇਹਦਾ ਪਾਠ ਘਾਹੋ ਨਹੀਂ ਕਰਨਾ। ਇਹ ਬਹੁਤਾ ਪਾਠ ਘਾਹੋ ਕਰ ਦਿੱਤਾ ਜਾਂਦਾ। ਹਾਹੋ ਇਹਨੂੰ ਘਾਹੋ ਕਰਾਂਗੇ ਤੇ ਹੋੜਾ ਲੱਗ ਜਾਏਗਾ, ਹੋੜਾ ਤੇ ਲੱਗਾ ਨਹੀਂ। ਤੇ ਕਈ ਸਿੱਧਾ ਹੀ ਟੱਪ ਜਾਂਦੇ ਨੇ ਘਾਹੋ ਕਰਾਏ ਦਾ। ਘਾਹੋ ਦਾ ਇਹ ਹਿੰਦੀ ਦਾ ਸ਼ਬਦ, ਇਹਦਾ ਅਰਥ ਹੁੰਦਾ ਜ਼ਖਮ। ਨਾ ਤੇ ਘਾਹੋ ਹੈ ਤੇ ਨਾ ਹੀ ਘਾਹੋ ਹੈ। ਇਹ ਹਾਹੇ ਨੂੰ ਔਂਕੜ ਹੈ। ਮੈਂ ਬੜੀ ਵਾਰੀ ਅਰਜ਼ ਕੀਤੀ ਹੈ, ਸਮਾਂ ਮੇਰਾ ਹੋ ਚਲਿਆ। ਔਂਕੜ ਦੀ ਬਿਲਕੁਲ ਹਲਕੀ ਜਿਹੀ ਆਵਾਜ਼ ਹੁੰਦੀ ਹੈ ਘਾਹੋ। ਇਸ ਕਰਕੇ ਇਹ ਔਂਕੜ ਬੋਲੋ ਜਾਂ ਨਾ, ਇਹ ਵਿਆਕਰਨਕ ਨਿਯਮ ਹੈ। ਇਹਦਾ ਸੌਖਾ ਰਹੇਗਾ ਘਾਹਾ। ਘਾਹ ਦਾ ਅਰਥ ਆ ਘਾਹ ਜਿਹੜਾ ਸਾਡੇ ਕੋਲ ਘਾਹ ਤੀਲੇ ਹੁੰਦੇ ਨੇ। ਕਹਿਣ ਲੱਗੇ ਜੇ ਪਰਮਾਤਮਾ ਦੀ ਨਜ਼ਰ ਪੱਠੀ ਹੋ ਜੇ ਨਾ, ਇਹ ਫੜ ਕੇ ਰਾਜਿਆਂ ਨੂੰ ਜਿਹੜਾ ਘਾਹ ਖਾਣ ਦੇ ਲਈ ਮਜਬੂਰ ਕਰਾ ਦਿੰਦਾ ਜੀ। ਦਰ ਮੰਗਣ ਭਿੱਖ ਨਾ ਪਾਏਂਦਾ। ਜਦੋਂ ਘਾਹ 'ਚੋਂ ਵੀ ਕੱਖ ਨਾ ਲੱਭੇ, ਦਰ ਦਰ ਦੇ ਉੱਤੇ ਭੀਖ ਮੰਗਣ ਲਈ ਮਜਬੂਰ ਕਰ ਦਿੰਦਾ ਏ।
ਤੇ ਕਈ ਵਾਰੀ ਲੋਕਾਂ ਦੇ ਘਰਾਂ ਤੋਂ ਵੀ ਠੁੱਡੇ ਪੈਂਦੇ ਨੇ। ਭਿਖਾਰੀ ਬਣ ਗਿਆ, ਰਾਜਾ ਸੀ, ਰਾਜੇ ਤੋਂ ਭਿਖਾਰੀ ਬਣ ਗਿਆ। ਸਤਿਗੁਰੂ ਕਹਿ ਲਗੇ ਅੱਜ ਭਿਖਾਰੀ ਦੇ ਠੂਠੇ ਦੇ ਵਿੱਚ ਵੀ ਕੋਈ ਭੀਖ ਪਾਉਣ ਨੂੰ ਤਿਆਰ ਨਹੀਂ ਹੈਗਾ। ਜੇ ਪ੍ਰਮਾਤਮਾ ਆਪਣੀ ਕਰਨੀ ਤੇ ਆ ਜੇ ਉਹ ਕੁਛ ਵੀ ਕਰ ਸਕਦਾ। ਮੈਂ ਇੱਕ ਬਚਨ ਕਹਿ ਕੇ ਸਮਾਪਤੀ ਕਰਾਂ, ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ। ਉਹਦੇ 'ਚ ਅਸੀਂ ਬਚਨ ਪੜ੍ਹਦੇ ਹਾਂ, ਕਹਿ ਲਗੇ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਕਰਾਵੈ। ਕਹਿਣ ਲੱਗੇ ਖਲ ਪੰਡਿਤ ਤੇ ਮੂਰਖ ਕਰਬੋ, ਪੰਡਿਤ ਤੇ ਮੁਗਦਾਰੀ। ਕਹਿਣ ਲੱਗੇ ਪ੍ਰਮਾਤਮਾ ਜਦੋਂ ਕਿਸੇ ਨੂੰ ਬਖਸ਼ਣ ਤੇ ਆਉਂਦਾ ਹੈ ਨਾ, ਯਾਦ ਰੱਖਿਓ ਉਹ ਮੂਰਖਾਂ ਤੋਂ, ਪੰਡਿਤ ਤੇ ਪੰਡਿਤਾਂ ਤੋਂ ਜਿਹੜਾ ਉਹ ਮੂਰਖ ਬਣਾ ਦਿੰਦਾ ਹੈ। ਇਹ ਪ੍ਰਮਾਤਮਾ ਦੀ ਵਡਿਆਈ ਹੈ। ਕਹਿਣ ਲੱਗੇ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਉਹ ਕਈ ਵਾਰੀ ਧਰਤੀ ਤੇ ਬੈਠਿਆ ਹੋਇਆਂ ਨੂੰ ਅਸਮਾਨ ਤੇ ਚਾੜ ਦਿੰਦਾ ਜੇ। ਤੇ ਅਸਮਾਨ ਤੇ ਚੜ੍ਹਨ ਦਾ ਅਰਥ ਕਰਾਂਗੇ ਸੁਲਤਾਨਾ ਘਾਹ ਕਰਾਂਦਾ। ਜਿਹੜੇ ਵੱਡੇ ਵੱਡੇ ਸੁਲਤਾਨ ਜਿਨ੍ਹਾਂ ਨੂੰ ਪਦਵੀਆਂ ਬਖਸ਼ੀਆਂ ਹੁੰਦੀਆਂ ਨੇ ਨਾ, ਉਹਨਾਂ ਨੂੰ ਸੁੱਟ ਕੇ ਕਈ ਵਾਰੀ ਜ਼ਮੀਨ ਦੇ ਉੱਤੇ ਮੂਧੜੇ ਮੂੰਹ ਮਾਰ ਦਿੰਦਾ ਹੈ। ਔਰੰਗਜ਼ੇਬ ਦਾ, ਜਹਾਂਗੀਰ ਦਾ, ਸ਼ਾਹਜਹਾਨ ਦਾ ਤੁਸੀਂ ਇਤਿਹਾਸ ਪੜ੍ਹੋ, ਯਾਦ ਰੱਖਿਓ ਸ਼ਾਹਜਹਾਨ ਇਹ ਇੰਨਾ ਕੁ ਵਿਚਾਰਾ ਆਤਰ ਹੋ ਗਿਆ ਸੀ। ਮੈਂ ਇੱਕ ਕਹਿ ਕੇ ਗੱਲ ਇਹਦੀ ਸਮਾਪਤੀ ਕਰਾਂ। ਇਹ ਸ਼ਾਹਜਹਾਨ ਦਾ ਪੁੱਤਰ ਸੀ ਔਰੰਗਜ਼ੇਬ। ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਕੀਤਾ। ਜਿਸ ਵੇਲੇ ਰਾਜ ਗੱਦੀ ਤੇ ਬੈਠਾ, ਇੱਕ ਦਿਨ ਇਹਦੇ ਪਿਓ ਨੇ ਲਿਖਿਆ, ਚਿੱਠੀ ਲਿਖੀ, ਕਹਿਣ ਲੱਗਾ ਬੇਟਾ ਮੇਰੀ ਜਿਹੜੀ ਹੈ ਇਹ ਅੱਧਾ ਕਚੱਪਾ ਰੋਟੀ ਦਾ ਮੈਨੂੰ ਮਿਲਦਾ, ਇਹਦੇ ਨਾਲ ਭੁੱਖ ਨਹੀਂ ਮਿਟਦੀ। ਤੂੰ ਬਾਦਸ਼ਾਹ ਹੈ, ਮੈਂ ਇੱਕ ਫਰਿਆਦ ਕਰਦਾ ਕਿ ਮੈਨੂੰ ਪੇਟ ਦੀ ਭੁੱਖ ਮਿਟਾਉਣ ਵਾਸਤੇ ਜਿਹੜਾ ਹੈ ਉਹ 2 ਰੋਟੀਆਂ ਦਾ ਇੰਤਜ਼ਾਮ ਕਰ ਦਿਆ ਕਰੇ। ਇਹ ਔਰੰਗਜ਼ੇਬ ਖੁਦ ਆਇਆ ਜੀ ਬੰਦੀਖਾਨੇ ਜੇਲ੍ਹ ਦੇ ਵਿੱਚ, ਆਣ ਕੇ ਕਹਿਣ ਲੱਗਾ ਆਪਣੇ ਪਿਓ ਨੂੰ, ਕਹਿਣ ਲੱਗਾ ਪਿਤਾ ਤੂੰ ਹੈ ਤੇ ਮੇਰਾ ਪਿਓ ਹੀ ਨਾ, ਫਿਰ ਕੀ ਹੋਇਆ ਤੈਨੂੰ ਮੈਂ ਜੇਲ੍ਹ ਦੇ ਵਿੱਚ ਪਾਇਆ ਹੈ, ਪਰ ਵੇਖ ਤੇਰੇ ਵਾਸਤੇ ਜਿਹੜਾ ਹੈ ਉਹ ਮੈਂ ਰੋਟੀ ਲੈ ਕੇ ਆਇਆ ਹਾਂ। ਇਹਨੇ ਕੀ ਕੀਤਾ, ਇੱਕ ਥਾਲ ਢੱਕਿਆ ਹੋਇਆ ਹੈ। ਪਿਓ ਖੁਸ਼ ਹੋ ਗਿਆ, ਕਹਿੰਦਾ ਪੁੱਤ ਮੈਂ ਸਾਰੇ ਤੇਰੇ ਗੁਨਾਹਾਂ ਨੂੰ ਮਾफ़ ਕਰ ਦਿੱਤਾ, ਸਾਰਾ ਕੁਝ ਭੁੱਲ ਗਿਆ। ਭਾਵੇਂ ਤੂੰ ਮੈਨੂੰ ਬੰਦੀ ਹੀ ਬਣਾਇਆ ਹੈ, ਘੱਟੋ ਘੱਟ ਖਾਣ ਵਾਸਤੇ ਕੁਝ ਅੱਜ ਲੈ ਕੇ ਤੇ ਆਇਆ। ਜਦੋਂ ਅੱਗੇ ਥਾਲੀ ਕੀਤੀ ਤੇ ਥਾਲੀ ਤੋਂ ਕੱਪੜਾ ਚੁੱਕਿਆ ਤੇ ਉਹਦੇ ਪੁੱਤਰ ਦਾ ਹੀ ਸਿਰ ਵੱਢ ਕੇ ਲਿਆਂਦਾ ਹੋਇਆ ਸੀ। ਕਹਿਣ ਲੱਗਾ ਤੈਨੂੰ ਭੁੱਖ ਲੱਗੀ ਹੈ, ਆਲੇ ਮੈਂ ਆਪਣੇ ਭਰਾ ਦਾ ਸਿਰ ਵੱਢ ਕੇ ਲਿਆਂਦਾ, ਇਹਨੂੰ ਫੜ ਕੇ ਖਾ ਕੇ ਤੇ ਆਪਣੇ ਪੇਟ ਦੀ ਅੱਗ ਬੁਝਾ ਲਾ। ਉਸ ਵੇਲੇ ਔਰੰਗਜ਼ੇਬ ਨੂੰ ਸ਼ਾਹਜਹਾਨ ਨੇ ਇਹ ਗੱਲ ਕਹੀ ਸੀ। ਕਹਿਣ ਲੱਗਾ ਤੂੰ ਹਿੰਦੂਆਂ ਨੂੰ ਮਾੜਾ ਕਹਿਣਾ, ਉਹ ਤੇਰੇ ਤੋਂ ਕਈ ਗੁਣਾ ਚੰਗੇ ਨੇ। ਤੂੰ ਜਿਉਂਦੇ ਬਾਪ ਨੂੰ ਨਹੀਂ ਪੁੱਛਦਾ, ਉਹ ਮਰਿਆਂ ਦੇ ਸਰਾਧ ਕਰਾਉਂਦੇ ਪਏ ਨੇ। ਮੈਂ ਇੱਕ ਇਹ ਤਾਂ ਬੇਨਤੀ ਕਰ ਦਿੱਤੀ, ਯਾਦ ਰੱਖਿਓ ਜੇ ਰੱਬ ਪਦਵੀ ਦਿੰਦਾ ਹੈ ਨਾ, ਕਦੀ ਉਹਦਾ ਹੰਕਾਰ ਨਾ ਕਰੋ। ਉਹਦੀ ਕਲਾ ਦਾ ਨਹੀਂ ਜੇ ਪਤਾ ਕੋਈ ਵੀ। ਇਹ ਪ੍ਰਮਾਤਮਾ ਦੀ ਖੇਡ ਹੈ। ਕੋਈ ਮਾਲਕ ਬਣਿਆ ਤੇ ਕੋਈ ਨੌਕਰ ਬਣਿਆ ਹੈ। ਕਿਹਦਾ ਜੀ ਕਰਦਾ ਕਿਸੇ ਦੇ ਕੋਲੋਂ ਗੱਲਾਂ ਸੁਣਨ ਨੂੰ? ਕੋਈ ਨੌਕਰੀ ਕਰਨ ਨੂੰ ਖੁਸ਼ ਨਹੀਂ ਹੁੰਦਾ। ਅਸੀਂ ਕਿਸੇ ਦੇ ਆਫਿਸ 'ਚ ਜਾਂਦੇ ਹਾਂ, ਕਿਹਦਾ ਜੀ ਕਰਦਾ ਕਿਸੇ ਦੀਆਂ ਗੱਲਾਂ ਸੁਣਨ ਨੂੰ? ਪਰ ਯਾਦ ਰੱਖਿਓ ਜੇ ਪ੍ਰਮਾਤਮਾ ਨੇ ਕਿਸੇ ਨੂੰ ਨੌਕਰ ਬਣਾਇਆ, ਕਿਸੇ ਨੂੰ ਮਾਲਕ ਬਣਾਇਆ ਹੈ, ਨੌਕਰ ਆਪਣੀ ਔਕਾਤ 'ਚ ਰਵੇ, ਮਾਲਕ ਆਪਣੀ ਔਕਾਤ 'ਚ ਰਵੇ ਤੇ ਸਿਸਟਮ ਚੱਲਦਾ ਰਹਿੰਦਾ ਹੈ। ਜੇ ਅੱਗੇ ਪਿੱਛੇ ਕੰਮ ਹੋ ਜੇ ਤੇ ਯਾਦ ਰੱਖਿਓ ਸਤਿਗੁਰੂ ਕਹਿਣ ਲੱਗੇ ਜੇ ਆਪਣੇ ਆਪ ਤੋਂ ਤੂੰ ਬਾਹਰ ਹੋ ਗਿਆ ਨਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ। ਇਹਦਾ ਮੈਂ ਇਉਂ ਅਰਥ ਕਰ ਦੇਵਾਂ, ਸਤਿਗੁਰੂ ਕਹਿਣ ਲੱਗੇ ਜਿਹੜੇ ਰਾਜਿਆਂ ਦੇ ਅੱਗੇ ਤੂੰ ਪ੍ਰਵਾਨ ਹੁੰਦਾ, ਨੀਲ ਵਸਤਰ ਪਹਿਰਾ, ਆਪਾਂ ਪਰਸੋਂ ਸਾਂਝਾ ਕੀਤਾ ਸੀ, ਨੀਲੇ ਕੱਪੜੇ ਪਾ ਕੇ ਪ੍ਰਵਾਨ ਹੋ ਕੇ ਉਹਨਾਂ ਨੂੰ ਖੁਸ਼ ਕਰਦਾ ਹੈ। ਯਾਦ ਰੱਖੀ ਜਿਸ ਦਿਨ ਉਹਨਾਂ ਨੂੰ ਸਮਝਾ ਦੇਵੀਂ, ਜਿਸ ਦਿਨ ਪ੍ਰਮਾਤਮਾ ਦੀ ਨਿਗਾਹ ਫਿਰਦੀ ਹੈ ਨਾ, ਉਹ ਫਿਰ ਘਾਹ ਖਾਣ ਦੇ ਲਈ ਵੀ ਮਜਬੂਰ ਕਰ ਦਿੰਦੇ ਨੇ। ਮੈਂ ਸਮਾਪਤੀ ਕਰਾਂ, ਨਦਰ ਉਪੱਠੀ, ਇਹਦਾ ਪਾਠ ਉਪੱਠੀ ਨਹੀਂ ਕਰਨਾ, ਉਪੱਠੀ ਊੜੇ ਨੂੰ ਔਂਕੜ ਹੈ, ਪੱਪੇ ਨੂੰ ਨਹੀਂ ਹੈ। ਨਦਰ ਉਪੱਠੀ ਜੇ ਕਰੇ, ਜੇ ਪ੍ਰਮਾਤਮਾ ਆਪਣੀ ਨਦਰ ਫੇਰ ਲਵੇ, ਸੁਲਤਾਨਾ ਘਾਹ ਕਰਾਏਂਦਾ, ਸੁਲਤਾਨਾ ਨੂੰ ਕੱਖਿਓਂ ਹੌਲੇ ਕਰ ਦਿੰਦਾ ਹੈ। ਦਰ ਮੰਗਣ ਭੇਖ ਨਾ ਪਾਏਂਦਾ, ਉਹ ਵਿਚਾਰੇ ਟੁੱਕੜ ਟੁੱਕੜ ਮੰਗਣ ਲਈ ਮਜਬੂਰ ਹੋ ਜਾਂਦੇ ਨੇ ਤੇ ਕਈ ਵਾਰੀ ਉਹਨਾਂ ਨੂੰ ਟੁੱਕੜ ਵੀ ਖਾਣ ਨੂੰ ਨਹੀਂ ਮਿਲਦਾ। ਇਹ ਪਰਮਾਤਮਾ ਦੀ ਕਲਾ ਹੈ। ਸੋ ਸਤਿਗੁਰੂ ਜੀ ਨੇ ਸਾਨੂੰ ਇਹੋ ਸ਼ਲੋਕ ਦੇ ਵਿੱਚ ਸਮਝਾਇਆ। ਫਿਰ ਉੱਥੇ ਗੱਲ ਆਉਣੀ ਹੈ, ਕਹੋ ਨਾਨਕ ਸੱਚ ਧਿਆਈ ਹੈ। ਤੈਨੂੰ ਜੇ ਖੁਸ਼ੀ ਮਿਲੀ ਹੈ ਰੱਬ ਨੂੰ ਧਿਆ, ਜੇ ਤੇਰੇ ਤੇ ਮਾੜਾ ਸਮਾਂ ਆਇਆ ਹੈ ਤੂੰ ਤਾਂ ਵੀ ਰੱਬ ਨੂੰ ਧਿਆ। ਰੱਬ ਨੂੰ ਧਿਆਉਣ ਵਾਲਾ ਮਨੁੱਖ ਤੇ ਰੱਬ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਜੀ। ਰੱਬ ਨੂੰ ਭੁੱਲਣ ਵਾਲਾ ਕੱਖਾਂ ਤੋਂ ਹੌਲਿਆ ਹੋ ਜਾਂਦਾ। ਸੋ ਇਹ ਸੀ 16ਵੀਂ ਪੌੜੀ ਦੀ ਵਿਚਾਰ, ਨਾਲ 2 ਸ਼ਲੋਕ ਸਨ। 2-3 ਦਿਨ ਲਗਾਤਾਰ ਇਹਦੀ ਵਿਚਾਰ ਚੱਲੀ। ਮੇਰਾ ਭਾਵ ਇਹੋ ਹੀ ਹੁੰਦਾ ਹੈ, ਜੋ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਨਾ ਗੁਰਮੁਖੋ, ਉਹਨੂੰ ਅਸੀਂ ਜੀਵਨ 'ਚ ਢਾਲ ਲਈਏ। ਤੇ ਮੈਂ ਬੜੀ ਵਾਰੀ ਆਸਾ ਦੀ ਵਾਰ 'ਚ ਅਰਜ਼ ਕੀਤੀ ਹੈ, ਬੜੀ ਔਖੀ ਜੇ ਸੁਣਨੀ। ਕਈਆਂ ਨੂੰ ਮੇਰੀ ਗੱਲ ਇਹ ਬੁਰੀ ਵੀ ਲੱਗੀ ਹੋਵੇਗੀ, ਆ ਜਿਹੜੀ ਮੈਂ ਅਖੀਰ 'ਤੇ ਕੀਤੀ ਹੈ, ਜਿਨ੍ਹਾਂ ਦੇ ਕੋਲ ਪਦਵੀਆਂ ਨੇ। ਪਰ ਇੱਕ ਗੱਲ ਯਾਦ ਰੱਖਿਓ, ਜੇ ਰੱਬ ਨੇ ਪਦਵੀ ਦਿੱਤੀ ਹੈ, ਪਦਵੀ ਦਾ ਸਤਿਕਾਰ ਕਰ, ਆਪਣੇ ਆਪ ਦੇ ਵਿੱਚ ਰਹਿ। ਤੇਰੇ ਕੋਲ ਜਿੱਡੀ ਵੱਡੀ ਮਰਜ਼ੀ ਪਦਵੀ ਹੈ, ਜਿਸ ਵੇਲੇ ਤੂੰ ਭੁੱਲ ਗਿਆ ਮੈਂ ਕੌਣ ਹਾਂ, ਤੇ ਜਿੱਦਣ ਰੱਬ ਭੁੱਲ ਗਿਆ ਨਾ ਮੈਂ ਕੌਣ ਹਾਂ, ਤੇ ਫਿਰ ਤੇਰੀਆਂ ਘੀਸੀਆਂ ਪ੍ਰਮਾਤਮਾ ਕਰਾ ਦੇਵੇਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ।
ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਏਂਦਾ, ਦਰ ਮੰਗਣ ਭਿਖ ਨਾ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।